ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਪਿੰਡ ਵਿੱਚ ਨੂੰਹ ਪੁੱਤ ਨੂੰ ਦੇਖ ਕੇ ਰਤਨ ਲਾਲ ਜੀ ਗੁੱਸੇ ਵਿੱਚ ਬੋਲੇ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਪਿੰਡ ਆਉਣ ਦੀ। ਬੇਟਾ ਬੋਲਿਆ, ਪਿਤਾ ਜੀ ਮੇਰੀ ਮਾਂ ਮਰ ਗਈ ਆ, ਉਸ ਦਾ ਅੰਤਿਮ ਸੰਸਕਾਰ ਕਰਨਾ ਹੈ ਤੇ ਤੁਸੀਂ ਪੁੱਛ ਰਹੇ ਹੋ ਕਿ ਅਸੀਂ ਪਿੰਡ ਕਿਉਂ ਆ ਗਏ। ਰਤਨ ਲਾਲ ਜੀ ਬੋਲੇ, ਸ਼ਰਲਾ ਦੇ ਸਰੀਰ ਨੂੰ ਹੱਥ ਵੀ ਨਾ ਲਾਇਓ, ਉਸ ਦਾ ਅੰਤਿਮ ਸੰਸਕਾਰ ਮੈਂ ਕਰਾਂਗਾ। ਤੇਰੇ ਵਰਗੇ ਨਲਾਇਕ ਪੁੱਤ ਤੋਂ ਸੰਸਕਾਰ ਕਰਾਉਣ ਦੀ ਕੋਈ ਜ਼ਰੂਰਤ ਨਹੀਂ। ਚਲੋ ਅੱਗੇ ਦੀ ਕਹਾਣੀ ਜਾਣਦੇ ਹਾਂ। ਮਹੇਸ਼ ਜੀ ਆਪਣੀ ਪਤਨੀ ਨੂੰ ਬੋਲੇ, ਭਾਗਵਾਨੇ ਜੇ ਤੇਰਾ ਘਰ ਦਾ ਕੰਮ ਹੋ ਗਿਆ ਤਾਂ ਜਲਦੀ ਨਾਲ ਤਿਆਰ ਹੋ ਜਾ, ਸਾਨੂੰ ਸ਼ਹਿਰ ਜਾਣ ਦੇ ਲਈ ਦੇਰ ਹੋ ਰਹੀ ਆ। ਮੀਂਹ ਦਾ ਮੌਸਮ ਆ, ਬੱਦਲ ਗਰਜ ਰਹੇ ਆ, ਲੱਗਦਾ ਮੀਂਹ ਆਉਣ ਵਾਲਾ। ਜੇ ਤੂੰ ਦੇਰ ਕਰ ਦਿੱਤੀ ਤਾਂ ਮੀਂਹ ਦੀ ਵਜ੍ਹਾ ਕਰਕੇ ਅਸੀਂ ਨਹੀਂ ਜਾ ਸਕਾਂਗੇ ਤੇ ਤੈਨੂੰ ਤਾਂ ਪਤਾ ਹੀ ਆ ਨਾ, ਮੈਂ ਤੈਨੂੰ ਦਿਖਾਉਣ ਦੇ ਲਈ ਕੱਲ੍ਹ ਸਰਕਾਰੀ ਹਸਪੀਟਲ 'ਚ ਪਰਚੀ ਕਟਵਾ ਲਈ ਸੀ ਤਾਂ ਜੋ ਸਾਨੂੰ ਅੱਜ ਜ਼ਿਆਦਾ ਭੱਜ ਦੌੜ ਨਾ ਕਰਨੀ ਪਵੇ। ਪਰ ਤੇਰੇ ਤਾਂ ਘਰ ਦੇ ਕੰਮ ਹੀ ਨਹੀਂ ਮੁੱਕਦੇ। ਰਸੋਈ ਵਿੱਚੋਂ ਉਹਨਾਂ ਦੀ ਪਤਨੀ ਸੁਨੀਤਾ ਜੀ ਕਹਿੰਦੀ ਆ, ਹਾਂ ਹਾਂ ਸਾਰਾ ਕੰਮ ਹੋ ਗਿਆ, ਹੁਣ ਜਲਦੀ ਨਾਲ ਤੁਸੀਂ ਮੋਟਰਸਾਈਕਲ ਕੱਢੋ। ਮੈਂ ਪੁਰਾਣੇ ਡਾਕਟਰ ਵਾਲੀਆਂ ਸਾਰੀਆਂ ਰਿਪੋਰਟਾਂ ਲੈ ਲੈਂਦੀ ਹਾਂ। ਸੁਨੀਤਾ ਜੀ ਮੋਟਰਸਾਈਕਲ ਕੋਲ ਜਾ ਕੇ ਖੜ ਗਈ। ਮਹੇਸ਼ ਜੀ ਬੋਲੇ, ਕੀ ਦੇਖ ਰਹੀ ਆ, ਮੋਟਰਸਾਈਕਲ ਤੇ ਬੈਠਿਆ ਨਹੀਂ ਜਾਂਦਾ। ਬਾਹਰ ਥੜੇ ਉੱਤੇ ਕੁਝ ਲੋਕ ਬੈਠੇ ਸੀ। ਉਹਨਾਂ 'ਚੋਂ ਇੱਕ ਨੌਜਵਾਨ ਬੋਲਿਆ, ਕੀ ਹੋਇਆ ਚਾਚੀ, ਮੈਂ ਤੁਹਾਨੂੰ ਮੋਟਰਸਾਈਕਲ ਤੇ ਬੈਠਣ 'ਚ ਮਦਦ ਕਰ ਦਿੰਦਾ ਹਾਂ। ਸੁਨੀਤਾ ਜੀ ਕਹਿੰਦੀ ਆ, ਮੇਰੇ ਤੋਂ ਮੋਟਰਸਾਈਕਲ ਤੇ ਨਹੀਂ ਬੈਠਿਆ ਜਾਂਦਾ, ਡਰ ਲੱਗਦਾ ਕਿਤੇ ਡਿੱਗ ਹੀ ਨਾ ਜਾਵਾਂ, ਬੁਢਾਪੇ 'ਚ ਕੋਈ ਲੱਤ ਬਾਂਹ ਹੀ ਟੁੱਟ ਜਾਵੇ, ਫਿਰ ਕੌਣ ਸੇਵਾ ਕਰੇਗਾ। ਮਹੇਸ਼ ਜੀ ਬੋਲੇ, ਭਾਗਵਾਨੇ ਤੂੰ ਚਿੰਤਾ ਕਿਉਂ ਕਰਦੀ ਆ, ਸਾਡਾ ਨੂੰਹ ਪੁੱਤ ਹੈਗੇ ਆ ਨਾ ਸਾਡੀ ਸੇਵਾ ਕਰਨ ਦੇ ਲਈ। ਮੈਨੂੰ ਆਪਣੇ ਬੇਟੇ ਤੇ ਪੂਰਾ ਭਰੋਸਾ, ਉਹ ਬੁਢਾਪੇ 'ਚ ਸਾਨੂੰ ਇਕੱਲਾ ਨਹੀਂ ਛੱਡਣਗੇ। ਇਹ ਗੱਲ ਸੁਣ ਕੇ ਸੁਨੀਤਾ ਜੀ ਖੁਸ਼ ਹੋ ਜਾਂਦੀ ਆ। ਹਸਪੀਟਲ ਪਹੁੰਚ ਕੇ ਮਹੇਸ਼ ਜੀ ਆਪਣੀ ਪਤਨੀ ਸੁਨੀਤਾ ਨੂੰ ਡਾਕਟਰ ਦੇ ਕੋਲ ਲੈ ਗਏ। ਦਰਅਸਲ ਬਹੁਤ ਦਿਨਾਂ ਤੋਂ ਸੁਨੀਤਾ ਜੀ ਦੇ ਪੇਟ 'ਚ ਦਰਦ ਹੋ ਰਿਹਾ ਸੀ, ਜਿਸ ਦੀ ਵਜ੍ਹਾ ਕਰਕੇ ਉਹ ਚੰਗੀ ਤਰ੍ਹਾਂ ਖਾ ਪੀ ਵੀ ਨਹੀਂ ਰਹੀ ਸੀ। ਪੂਰਾ ਦਿਨ ਦਰਦ ਨਾਲ ਤੜਫਦੀ ਸੀ। ਦਵਾਈ ਨਾਲ ਥੋੜ੍ਹਾ ਟਾਈਮ ਲਈ ਦਰਦ ਰੁਕ ਜਾਂਦਾ, ਪਰ ਫਿਰ ਉਹੀ ਹਾਲ ਹੋ ਜਾਂਦਾ ਸੀ। ਹਸਪੀਟਲ 'ਚ ਪੂਰਾ ਦਿਨ ਲੰਘ ਗਿਆ। ਸਾਰੇ ਚੈੱਕਅਪ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਸੁਨੀਤਾ ਜੀ ਦੇ ਪੇਟ 'ਚ ਇੱਕ ਟਿਊਮਰ ਆ, ਉਸ ਦਾ ਆਪਰੇਸ਼ਨ ਕਰਨਾ ਪਵੇਗਾ। ਪਰ ਜਿਸ ਹਸਪੀਟਲ ਵਿੱਚ ਉਹਨਾਂ ਨੇ ਚੈੱਕਅਪ ਕਰਵਾਇਆ ਸੀ, ਉੱਥੇ ਸਾਰੀਆਂ ਸੁੱਖ ਸੁਵਿਧਾਵਾਂ ਉਪਲਬਧ ਨਹੀਂ ਸੀ। ਮਹੇਸ਼ ਜੀ ਪਰੇਸ਼ਾਨ ਹੋ ਕੇ ਆਪਣੇ ਬੇਟੇ ਗਣੇਸ਼ ਨੂੰ ਫੋਨ ਕਰਦੇ ਆ ਤੇ ਉਸ ਨੂੰ ਸਾਰੀ ਗੱਲ ਦੱਸ ਦਿੰਦੇ ਆ। ਗਣੇਸ਼ ਕਹਿੰਦਾ, ਪਿਤਾ ਜੀ ਇੱਕ ਕੰਮ ਕਰੋ, ਤੁਸੀਂ ਪਹਿਲਾਂ ਘਰ ਆ ਜਾਓ, ਤੁਸੀਂ ਚਿੰਤਾ ਨਾ ਕਰੋ, ਮਾਂ ਨੂੰ ਮੇਰੇ ਕੋਲ ਲੈ ਆਓ, ਮੈਂ ਮਾਂ ਨੂੰ ਵਧੀਆ ਹਸਪੀਟਲ 'ਚ ਦਿਖਾਵਾਂਗਾ ਤੇ ਉਹਨਾਂ ਦਾ ਆਪਰੇਸ਼ਨ ਕਰਵਾ ਦੇਵਾਂਗਾ। ਫਿਰ ਤੁਹਾਡਾ ਬੇਟਾ ਵੀ ਤੁਹਾਡਾ ਡਾਕਟਰ ਆ, ਇਸ ਲਈ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਸਭ ਕੁਝ ਆਸਾਨੀ ਨਾਲ ਹੋ ਜਾਵੇਗਾ। ਮਹੇਸ਼ ਜੀ ਬੋਲੇ, ਬੇਟਾ ਅਜੇ ਤਾਂ ਨਹੀਂ ਆ ਸਕਦਾ, ਪਹਿਲਾਂ ਪਿੰਡ ਜਾਣਾ ਪਵੇਗਾ, ਕਿਉਂਕਿ ਮੈਂ ਤਾਂ ਸਿਰਫ ਤੇਰੀ ਮਾਂ ਨੂੰ ਦਿਖਾਉਣ ਦੇ ਲਈ ਆਇਆ ਸੀ। ਤੇਰੇ ਕੋਲ ਆਉਣ ਦੇ ਲਈ ਤਾਂ ਮੈਨੂੰ ਪਿੰਡ ਜਾ ਕੇ ਇੰਤਜ਼ਾਮ ਕਰਨਾ ਪਵੇਗਾ, 1-2 ਦਿਨ ਬਾਅਦ ਆ ਜਾਵਾਂਗਾ। ਗਣੇਸ਼ ਬੋਲਿਆ, ਠੀਕ ਆ ਪਿਤਾ ਜੀ, ਪਰ ਜ਼ਿਆਦਾ ਦੇਰ ਨਾ ਕਰਿਓ, ਇਲਾਜ ਜਿੰਨੀ ਜਲਦੀ ਹੋ ਸਕੇ ਓਨਾ ਵਧੀਆ। ਮਹੇਸ਼ ਜੀ ਬੋਲੇ, ਠੀਕ ਆ ਬੇਟਾ। ਇੰਨਾ ਕਹਿ ਕੇ ਮਹੇਸ਼ ਜੀ ਨੇ ਫੋਨ ਕੱਟ ਦਿੱਤਾ। ਹਸਪੀਟਲ ਦੇ ਸਾਹਮਣੇ ਵਾਲੀ ਰੋਡ ਤੇ ਸੜਕ ਦੇ ਕਿਨਾਰੇ ਉਹਨਾਂ ਦੀ ਨਜ਼ਰ ਇੱਕ ਬਜ਼ੁਰਗ ਜੋੜੇ ਤੇ ਪਈ। ਉਹਨਾਂ ਨੇ ਕਾਲੇ ਰੰਗ ਦੇ ਪੋਲੀਥੀਨ ਨਾਲ ਇੱਕ ਝੌਂਪੜੀ ਬਣਾਈ ਹੋਈ ਸੀ। ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਸੀ। ਉਹ ਦੋਨੋਂ ਉਸ ਪੋਲੀਥੀਨ ਦੇ ਹੇਠਾਂ ਹੀ ਬੈਠੇ ਸੀ। ਬਜ਼ੁਰਗ ਦੀ ਪਤਨੀ ਰੋ ਰਹੀ ਸੀ ਤੇ ਉਹ ਕੰਬਦੀ ਕੰਬਦੀ ਹੇਠਾਂ ਡਿੱਗ ਪਈ। ਬਜ਼ੁਰਗ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ, ਪਾਣੀ ਦੇ ਛਿੱਟੇ ਮਾਰਦਾ। ਮਹੇਸ਼ ਜੀ ਅਤੇ ਸੁਨੀਤਾ ਜੀ ਇਹ ਸਭ ਕੁਝ ਦੇਖ ਰਹੇ ਸੀ ਤੇ ਸੋਚ ਰਹੇ ਸੀ ਕਿ ਬੁਢਾਪਾ ਅਜਿਹਾ ਵੀ ਹੁੰਦਾ, ਲੱਗਦਾ ਇਹ ਬਜ਼ੁਰਗ ਜੋੜੇ ਨੂੰ ਦੇਖਣ ਵਾਲਾ ਕੋਈ ਨਹੀਂ। ਜੇ ਇਹਨਾਂ ਨੇ ਆਪਣੇ ਬੱਚੇ ਹੁੰਦੇ ਤਾਂ ਇਹ ਅੱਜ ਇਸ ਤਰ੍ਹਾਂ ਸੜਕ 'ਤੇ ਨਾ ਹੁੰਦੇ। ਜੇ ਇਹਨਾਂ ਕੋਲ ਪੈਸਾ ਹੁੰਦਾ ਤਾਂ ਵੀ ਇਹ ਸੜਕ 'ਤੇ ਨਾ ਹੁੰਦੇ, ਆਰਾਮ ਨਾਲ ਆਪਣੇ ਘਰ 'ਚ ਰਹਿੰਦੇ। ਬਜ਼ੁਰਗ ਉਸ ਝੌਂਪੜੀ ਵਿੱਚੋਂ ਨਿਕਲ ਕੇ ਸਾਹਮਣੇ ਹਸਪੀਟਲ ਵੱਲ ਭੱਜਦਾ ਤੇ ਜਲਦੀ ਨਾਲ ਇੱਕ ਡਾਕਟਰ ਦਾ ਹੱਥ ਫੜ ਕੇ ਉਸ ਨੂੰ ਹੱਥ ਜੋੜ ਕੇ ਕਹਿੰਦਾ ਕਿ ਡਾਕਟਰ ਸਾਹਿਬ, ਮੇਰੀ ਪਤਨੀ ਨੂੰ ਦੇਖ ਲਓ, ਪਤਾ ਨਹੀਂ ਉਸ ਨੂੰ ਕੀ ਹੋ ਗਿਆ, ਉਹ ਬੇਹੋਸ਼ ਹੋ ਗਈ ਆ ਤੇ ਉੱਠ ਨਹੀਂ ਰਹੀ। ਡਾਕਟਰ ਬੋਲਿਆ, ਬਾਬਾ ਜੀ ਤੁਸੀਂ ਮੇਰਾ ਹੱਥ ਕਿਉਂ ਫੜਿਆ, ਠੀਕ ਆ, ਇਹ ਦੱਸੋ ਤੁਹਾਡੀ ਪਤਨੀ ਕਿੱਥੇ ਆ। ਬਜ਼ੁਰਗ ਬੋਲਿਆ, ਸੜਕ ਦੇ ਦੂਜੇ ਕਿਨਾਰੇ ਮੇਰੀ ਝੌਂਪੜੀ ਆ, ਉੱਧਰ ਹੀ ਦੇਖ ਲਓ, ਮੀਂਹ ਬਹੁਤ ਜ਼ਿਆਦਾ ਤੇਜ਼ ਪੈਣ ਵਾਲਾ। ਸੁਨੀਤਾ ਜੀ ਤੇ ਮਹੇਸ਼ ਜੀ ਹਸਪੀਟਲ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਹੋ ਕੇ ਮੀਂਹ ਰੁਕਣ ਦੀ ਉਡੀਕ ਕਰਨ ਲੱਗਦੇ ਆ। ਜਦੋਂ ਮੀਂਹ ਬੰਦ ਹੋ ਜਾਂਦਾ ਫਿਰ ਉਹ ਆਟੋ ਲੈ ਕੇ ਆਪਣੇ ਘਰ ਨੂੰ ਚੱਲ ਪੈਂਦੇ ਆ।
ਡਾਕਟਰ ਕੋਲ ਖੜੇ ਕਰਮਚਾਰੀਆਂ ਨੇ ਉਸ ਬੇਹੋਸ਼ ਬਜ਼ੁਰਗ ਔਰਤ ਨੂੰ ਸਟ੍ਰੈਚਰ 'ਤੇ ਪਾ ਲਿਆ ਤੇ ਫਿਰ ਉਸ ਨੂੰ ਹਸਪੀਟਲ 'ਚ ਲੈ ਗਏ। ਉਸ ਬਜ਼ੁਰਗ ਔਰਤ ਦਾ ਹੱਥ ਸਟ੍ਰੈਚਰ ਤੋਂ ਬਾਹਰ ਨਿਕਲਿਆ ਹੋਇਆ ਸੀ। ਉਸ ਦੇ ਹੱਥ 'ਤੇ ਕਮਲ ਦੇ ਫੁੱਲ ਦਾ ਟੈਟੂ ਬਣਿਆ ਹੋਇਆ ਸੀ। ਟੈਟੂ ਨੂੰ ਦੇਖ ਕੇ ਮਹੇਸ਼ ਜੀ ਹੈਰਾਨ ਰਹਿ ਜਾਂਦੇ ਆ ਤੇ ਕਹਿੰਦੇ ਆ, ਭਗਵਾਨੇ, ਤੂੰ ਦੇਖਿਆ ਉਸ ਬਜ਼ੁਰਗ ਔਰਤ ਦੇ ਹੱਥ 'ਤੇ ਜੋ ਟੈਟੂ ਬਣਿਆ ਸੀ, ਉਹੋ ਜਿਹਾ ਟੈਟੂ ਹੀ ਮੇਰੀ ਭਾਬੀ ਦੇ ਹੱਥ 'ਤੇ ਵੀ ਸੀ। ਕਿਤੇ ਇਹ ਮੇਰੀ ਭਾਬੀ ਤਾਂ ਨਹੀਂ? ਸੁਨੀਤਾ ਜੀ ਕਹਿਣ ਲੱਗੀ, ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਤੁਹਾਡਾ ਭਰਾ ਤੇ ਭਾਬੀ ਤਾਂ ਆਪਣੇ ਨੂੰਹਾਂ ਪੁੱਤਾਂ ਦੇ ਨਾਲ ਮੁੰਬਈ ਸ਼ਹਿਰ 'ਚ ਆਰਾਮ ਨਾਲ ਰਹਿ ਰਹੇ ਆ। ਉਹ ਇੱਥੇ ਛੋਟੇ ਜਿਹੇ ਸ਼ਹਿਰ 'ਚ ਸੜਕ ਦੇ ਕਿਨਾਰੇ ਕੀ ਕਰਨ ਆਉਣਗੇ? ਮਹੇਸ਼ ਜੀ ਬੋਲੇ, ਹਾਂ, ਤੂੰ ਬਿਲਕੁਲ ਸਹੀ ਕਹਿ ਰਹੀ ਆ। ਮਹੇਸ਼ ਜੀ ਨੇ ਕਿਹਾ। ਸਟ੍ਰੈਚਰ ਦੇ ਪਿੱਛੇ ਭੱਜਦੇ ਹੋਏ ਰਤਨ ਲਾਲ ਜੀ ਰੋਂਦੇ ਹੋਏ ਜਾ ਰਹੇ ਸੀ ਤੇ ਉਹ ਕਹਿ ਰਹੇ ਸੀ, ਸਰਲਾ, ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ। ਜੇ ਤੂੰ ਮੈਨੂੰ ਛੱਡ ਕੇ ਚਲੀ ਜਾਵੇਂਗੀ ਤਾਂ ਮੇਰਾ ਕੀ ਹੋਵੇਗਾ? ਹੁਣ ਤਾਂ ਤੇਰੇ ਤੋਂ ਇਲਾਵਾ ਇਸ ਦੁਨੀਆ 'ਚ ਮੇਰਾ ਕੋਈ ਵੀ ਨਹੀਂ। ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਵੀ ਜਿਉਂਦਾ ਨਹੀਂ ਰਹਾਂਗਾ। ਆਵਾਜ਼ ਕੁਝ ਜਾਣੀ ਪਹਿਚਾਣੀ ਲੱਗਦੀ ਸੀ। ਮਹੇਸ਼ ਜੀ ਪਲਟ ਕੇ ਦੇਖਦੇ ਆ ਤਾਂ ਉਹ ਆਪਣੇ ਵੱਡੇ ਭਰਾ ਰਤਨ ਲਾਲ ਨੂੰ ਪਹਿਚਾਨਣ ਦੇ ਲਈ ਇੱਕ ਪਲ ਵੀ ਨਹੀਂ ਲਾਉਂਦੇ ਤੇ ਬੋਲੇ, ਭਾਈ ਸਾਹਿਬ, ਤੁਹਾਡਾ ਇਹ ਹਾਲ ਕਿਵੇਂ ਹੋ ਗਿਆ? ਪਿੱਛੇ ਪਲਟ ਕੇ ਰਤਨ ਲਾਲ ਜੀ ਦੇਖਦੇ ਆ ਤੇ ਆਪਣੇ ਛੋਟੇ ਭਰਾ ਮਹੇਸ਼ ਨੂੰ ਦੇਖ ਕੇ ਇੱਕ ਬੱਚੇ ਦੀ ਤਰ੍ਹਾਂ ਉਸ ਦੇ ਗਲ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗਦੇ ਆ। ਆਪਣੇ ਵੱਡੇ ਭਰਾ ਦੀ ਇਹ ਹਾਲਤ ਦੇਖ ਕੇ ਮਹੇਸ਼ ਜੀ ਨੂੰ ਬੜਾ ਹੀ ਦੁੱਖ ਹੁੰਦਾ, ਪਰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੁਝ ਕਿਵੇਂ ਹੋਇਆ। ਇਹ ਸੱਚ ਆ ਜਾਂ ਕੋਈ ਕਲਪਨਾ? ਪਿਛਲੇ 15 ਮਿੰਟਾਂ ਤੋਂ ਜਿਸ ਬਜ਼ੁਰਗ ਜੋੜੇ ਨੂੰ ਉਹ ਬੜੀਆਂ ਤਰਸਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ, ਉਹਨਾਂ ਨੂੰ ਕੀ ਪਤਾ ਸੀ ਕਿ ਉਹ ਉਹਨਾਂ ਦੇ ਵੱਡੇ ਭਰਾ ਤੇ ਭਾਬੀ ਆ। ਰੋਂਦੇ ਹੋਏ ਰਤਨ ਲਾਲ ਜੀ ਕਹਿੰਦੇ ਆ, ਮਹੇਸ਼, ਮੇਰੇ ਭਰਾ ਸਰਲਾ ਨੂੰ ਬਚਾ ਲਾ। ਜੇ ਉਸ ਨੂੰ ਕੁਝ ਹੋ ਗਿਆ ਤਾਂ ਮੇਰਾ ਸਭ ਕੁਝ ਖਤਮ ਹੋ ਜਾਵੇਗਾ। ਫਿਰ ਕੋਲ ਖੜੀ ਸੁਨੀਤਾ ਜੀ ਆਪਣੇ ਜੇਠ ਦੀ ਅਜਿਹੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਈ। ਉਸ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਸਕਦਾ। ਮਹੇਸ਼ ਜੀ ਡਾਕਟਰ ਦੇ ਕੋਲ ਜਾਂਦੇ ਆ ਤੇ ਕਹਿੰਦੇ ਆ ਕਿ ਜਲਦੀ ਨਾਲ ਉਹਨਾਂ ਦੀ ਭਾਬੀ ਦਾ ਇਲਾਜ ਕਰੋ। ਪੈਸੇ ਦੀ ਚਿੰਤਾ ਨਾ ਕਰਿਓ, ਜਿੰਨਾ ਖਰਚਾ ਹੋਵੇਗਾ ਮੈਂ ਦੇਵਾਂਗਾ। ਵਾਪਸ ਆ ਕੇ ਆਪਣੇ ਭਰਾ ਨੂੰ ਦਿਲਾਸਾ ਦਿੰਦੇ ਆ ਕਿ ਭਾਬੀ ਨੂੰ ਕੁਝ ਨਹੀਂ ਹੋਵੇਗਾ, ਉਹ ਜਲਦੀ ਠੀਕ ਹੋ ਜਾਵੇਗੀ। ਤੁਸੀਂ ਪਰੇਸ਼ਾਨ ਨਾ ਹੋਵੋ, ਤੁਸੀਂ ਪਾਣੀ ਪੀ ਲਓ। ਰਤਨ ਲਾਲ ਜੀ ਅਜੇ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਸੀ। ਨਾ ਹੀ ਮਹੇਸ਼ ਜੀ ਨੇ ਉਹਨਾਂ ਨੂੰ ਕੁਝ ਪੁੱਛਿਆ। ਉਹ ਤਾਂ ਚਾਹੁੰਦੇ ਸੀ ਬਸ ਜਲਦੀ ਤੋਂ ਜਲਦੀ ਉਹਨਾਂ ਦੀ ਭਾਬੀ ਦਾ ਇਲਾਜ ਹੋ ਜਾਵੇ ਤੇ ਉਹ ਠੀਕ ਹੋ ਜਾਵੇ। ਫਿਰ ਉਹ ਦੋਹਾਂ ਨੂੰ ਆਪਣੇ ਘਰ ਲਿਜਾ ਕੇ ਆਰਾਮ ਨਾਲ ਗੱਲ ਕਰੇਗਾ। ਉਹ ਰੱਬ ਅੱਗੇ ਬਸ ਇਹੀ ਦੁਆ ਕਰ ਰਹੇ ਸੀ। ਪਰ ਥੋੜ੍ਹੀ ਦੇਰ ਬਾਅਦ ਡਾਕਟਰ ਆਉਂਦਾ ਤੇ ਮਾफ़ੀ ਮੰਗਦਾ ਹੋਇਆ ਕਹਿੰਦਾ, ਮਾफ़ ਕਰ ਦਿਓ ਮਹੇਸ਼ ਜੀ, ਤੁਸੀਂ ਮਰੀਜ਼ ਨੂੰ ਲਿਆਉਣ 'ਚ ਥੋੜ੍ਹੀ ਦੇਰ ਕਰ ਦਿੱਤੀ। ਉਸ ਦੀ ਤਬੀਅਤ ਬਹੁਤ ਦਿਨਾਂ ਤੋਂ ਖਰਾਬ ਸੀ, ਸਰੀਰ ਵਿੱਚ ਖੂਨ ਦੀ ਕਮੀ ਸੀ। ਬਹੁਤ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ, ਬਸ ਉਹਨਾਂ ਨੂੰ ਬਚਾ ਨਹੀਂ ਸਕੇ। ਇਹ ਗੱਲ ਸੁਣ ਕੇ ਹਸਪੀਟਲ ਦੇ ਬਾਹਰ ਖੜੇ ਮਹੇਸ਼ ਜੀ, ਰਤਨ ਲਾਲ ਜੀ ਤੇ ਸੁਨੀਤਾ ਜੀ ਤਾਂ ਬੁੱਤ ਬਣ ਗਏ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ। ਖੈਰ, ਸਾਰੇ ਘਰ ਆ ਗਏ। ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ। 2 ਸਾਲ ਬਾਅਦ ਰਤਨ ਲਾਲ ਜੀ ਅਜਿਹੀ ਹਾਲਤ ਵਿੱਚ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਰਹਿ ਜਾਂਦੇ ਆ ਕਿ ਉਹਨਾਂ ਦਾ ਕੀ ਹਾਲ ਹੋ ਗਿਆ। ਹੁਣ ਗੱਲ ਆਉਂਦੀ ਆ ਉਹਨਾਂ ਦੇ ਬੇਟਿਆਂ ਨੂੰ ਬੁਲਾਉਣ ਦੀ, ਕਿਉਂਕਿ ਮਾਂ ਦੀ ਮੌਤ ਹੋ ਗਈ ਆ ਤਾਂ ਬੇਟੇ ਤੇ ਨੂੰਹਾਂ ਤਾਂ ਆਉਣਗੇ ਹੀ। ਪਰ ਜਦੋਂ ਬੇਟੇ ਤੇ ਨੂੰਹਾਂ ਨੂੰ ਬੁਲਾਉਣ ਦੀ ਗੱਲ ਆਉਂਦੀ ਆ ਤਾਂ ਰਤਨ ਲਾਲ ਜੀ ਅੱਖਾਂ 'ਚ ਗੁੱਸਾ ਭਰ ਲੈਂਦੇ ਆ ਤੇ ਬੋਲੇ, ਮੈਂ ਆਪਣੇ ਬੇਟੇ ਤੇ ਨੂੰਹ ਬੁਲਾ ਕੇ ਆਪਣੀ ਪਤਨੀ ਦਾ ਅਪਮਾਨ ਨਹੀਂ ਕਰਾਉਣਾ ਚਾਹੁੰਦਾ। ਮੈਂ ਆਪਣੀ ਪਤਨੀ ਨੂੰ ਬਚਨ ਦਿੱਤਾ ਸੀ ਕਿ ਜਦੋਂ ਤੱਕ ਜਿਉਂਦਾ ਰਹਾਂਗਾ ਆਪਣੇ ਬੇਟੇ ਦੀ ਸ਼ਕਲ ਨਹੀਂ ਦੇਖਾਂਗਾ। ਉਧਰ ਕਿਸੇ ਤਰ੍ਹਾਂ ਉਹਨਾਂ ਦੇ ਬੇਟੇ ਤੇ ਨੂੰਹ ਨੂੰ ਮਾਂ ਦੇ ਮਰਨ ਦਾ ਪਤਾ ਲੱਗ ਜਾਂਦਾ। ਉਹ ਆਪਣੀ ਇੱਜ਼ਤ ਬਚਾਉਣ ਦੇ ਲਈ ਪਿੰਡ ਦੇ ਲੋਕ ਕੀ ਕਹਿਣਗੇ, ਇਸ ਲਈ ਉਹ ਪਿੰਡ ਆ ਜਾਂਦੇ ਆ। ਪਰ ਉਹ ਆਪਣੇ ਬੇਟੇ ਤੇ ਨੂੰਹ ਨੂੰ ਪਿੰਡ ਵਿੱਚ ਦੇਖ ਕੇ ਰਤਨ ਲਾਲ ਜੀ ਭੜਕਦੇ ਹੋਏ ਬੋਲਦੇ ਆ, ਤੁਹਾਡੀ ਹਿੰਮਤ ਕਿਵੇਂ ਹੋਈ ਪਿੰਡ ਆਉਣ ਦੀ? ਇੱਥੋਂ ਚਲੇ ਜਾਓ। ਉਹਨਾਂ ਦਾ ਬੇਟਾ ਬੋਲਿਆ, ਪਿਤਾ ਜੀ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮਾਂ ਮਰ ਗਈ ਆ, ਉਹਨਾਂ ਦਾ ਅੰਤਿਮ ਸੰਸਕਾਰ ਮੈਨੂੰ ਹੀ ਕਰਨਾ ਪਵੇਗਾ ਤੇ ਤੁਸੀਂ ਮੈਨੂੰ ਵਾਪਸ ਜਾਣ ਦੇ ਲਈ ਕਹਿ ਰਹੇ ਹੋ। ਰਤਨ ਲਾਲ ਜੀ ਬੋਲੇ, ਸਰਲਾ ਦੇ ਸਰੀਰ ਨੂੰ ਹੱਥ ਨਾ ਲਗਾਈ। ਤੇਰੇ ਵਰਗੇ ਨਲਾਇਕ ਬੇਟੇ ਤੋਂ ਮੈਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਕਦੇ ਨਹੀਂ ਕਰਵਾਵਾਂਗਾ। ਮੈਂ ਖੁਦ ਹੀ ਆਪਣੀ ਪਤਨੀ ਨੂੰ ਅਗਨੀ ਭੇਂਟ ਕਰਾਂਗਾ। ਮੈਨੂੰ ਤੇ ਮੇਰੀ ਪਤਨੀ ਨੂੰ ਤੇਰੇ ਵਰਗੇ ਨਲਾਇਕ ਬੇਟੇ ਦੀ ਜ਼ਰੂਰਤ ਨਹੀਂ। ਮਹੇਸ਼ ਨੂੰ ਕਹਿ ਕੇ ਇਹ ਦੋਨੋਂ ਵਾਪਸ ਚਲੇ ਜਾਣ। ਮੈਂ ਇਹਨਾਂ ਦੋਹਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ। ਜੇ ਇੱਥੇ ਜ਼ਿਆਦਾ ਟਾਈਮ ਰੁਕੇ ਤਾਂ ਚੰਗਾ ਨਹੀਂ ਹੋਵੇਗਾ। ਭਰਾ ਦੀ ਗੱਲ ਸੁਣ ਕੇ ਮਹੇਸ਼ ਜੀ ਸਮਝ ਜਾਂਦੇ ਆ ਕਿ ਜ਼ਰੂਰ ਬੇਟੇ ਤੇ ਨੂੰਹ ਨੇ ਉਹਨਾਂ ਨੂੰ ਬਹੁਤ ਦੁੱਖ ਦਿੱਤਾ ਹੋਵੇਗਾ, ਤਾਂ ਹੀ ਤਾਂ
ਉਹ ਆਪਣੇ ਨੂੰਹ ਪੁੱਤ ਦਾ ਚਿਹਰਾ ਦੇਖਣਾ ਪਸੰਦ ਨਹੀਂ ਕਰਦੇ। ਮਹੇਸ਼ ਜੀ ਬੋਲੇ, ਜੇ ਮੇਰਾ ਵੱਡਾ ਭਰਾ ਤੁਹਾਡਾ ਚਿਹਰਾ ਨਹੀਂ ਦੇਖਣਾ ਚਾਹੁੰਦਾ ਤਾਂ ਤੁਹਾਨੂੰ ਇੱਥੇ ਰੁਕਣ ਦੀ ਜ਼ਰੂਰਤ ਨਹੀਂ, ਤੁਸੀਂ ਆਪਣੇ ਆਪਣੇ ਘਰ ਚਲੇ ਜਾਓ। ਬੁੜ ਕਰਦੇ ਨੂੰਹਾਂ ਤੇ ਪੁੱਤ ਵਾਪਸ ਚਲੇ ਜਾਂਦੇ ਆ। ਇੱਧਰ ਗਣੇਸ਼ ਨੂੰ ਵੀ ਸਾਰੀ ਗੱਲ ਪਤਾ ਲੱਗ ਚੱਲਦੀ ਆ, ਪਰ ਉਹ ਚਾਹੁੰਦਾ ਹੋਇਆ ਵੀ ਨਹੀਂ ਆ ਸਕਦਾ ਕਿਉਂਕਿ ਅਚਾਨਕ ਹਸਪੀਟਲ ਵਿੱਚ ਸੈਮੀਨਾਰ ਦੇ ਲਈ ਉਸ ਨੂੰ ਵਿਦੇਸ਼ ਜਾਣਾ ਪਿਆ। ਇਸ ਕਾਰਨ ਉਹ ਪਿੰਡ ਨਹੀਂ ਆ ਸਕਿਆ। ਖੈਰ, ਇਸ ਤਰ੍ਹਾਂ 15 ਦਿਨ ਲੰਘ ਗਏ। ਲੋਕਾਂ ਦਾ ਆਉਣ ਜਾਣ ਲੱਗਿਆ ਰਿਹਾ। ਰਤਨ ਲਾਲ ਜੀ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੇ ਰਹਿੰਦੇ। ਸਭ ਕੁਝ ਹੋ ਜਾਣ ਦੇ ਬਾਅਦ, ਸਾਰੇ ਰਿਸ਼ਤੇਦਾਰ ਚਲੇ ਜਾਣ ਦੇ ਬਾਅਦ, ਮਹੇਸ਼ ਜੀ ਨੇ ਆਪਣੇ ਭਰਾ ਨੂੰ ਪੁੱਛਿਆ, ਭਾਈ ਸਾਹਿਬ ਹੁਣ ਤਾਂ ਦੱਸ ਦਿਓ, ਤੁਹਾਡੀਆਂ ਨੂੰਹਾਂ ਤੇ ਪੁੱਤਾਂ ਨੇ ਆਖਰਕਾਰ ਤੁਹਾਡੇ ਨਾਲ ਅਜਿਹਾ ਕੀ ਕੀਤਾ ਜਿਸ ਦੀ ਵਜ੍ਹਾ ਨਾਲ ਤੁਹਾਡੀ ਇਹ ਹਾਲਤ ਹੋ ਗਈ, ਤੇ ਤੁਸੀਂ ਆਪਣੀਆਂ ਨੂੰਹਾਂ ਤੇ ਪੁੱਤਾਂ ਦੀਆਂ ਸ਼ਕਲਾਂ ਕਿਉਂ ਨਹੀਂ ਦੇਖਣਾ ਚਾਹੁੰਦੇ? ਜਦੋਂ ਦੇ ਆਏ ਹੋ ਕਿੰਨੀ ਵਾਰ ਇਸ ਤਰ੍ਹਾਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਹਰ ਵਾਰ ਤੁਸੀਂ ਨਾਰਾਜ਼ ਹੋ ਕੇ ਚੁੱਪ ਹੋ ਜਾਂਦੇ ਹੋ। ਆਖਰ ਸਾਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਕਿ ਹੋਇਆ ਕੀ ਆ। ਮੈਂ ਤੁਹਾਡਾ ਭਰਾ, ਕਿ ਮੇਰਾ ਇੰਨਾ ਪੁੱਛਣ ਦਾ ਹੱਕ ਵੀ ਨਹੀਂ? ਅੱਖਾਂ ਵਿੱਚ ਹੰਝੂ ਲੈ ਕੇ ਰਤਨ ਲਾਲ ਜੀ ਕਹਿੰਦੇ ਆ, ਤੇਰਾ ਤਾਂ ਮੇਰੇ ਤੇ ਪੂਰਾ ਹੱਕ ਆ। ਤੂੰ ਮੇਰੇ ਲਈ ਜੋ ਕੀਤਾ ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਤੇਰਾ ਹਮੇਸ਼ਾ ਅਹਿਸਾਨਮੰਦ ਰਵਾਂਗਾ। ਮੈਂ ਆਪਣੀਆਂ ਨੂੰਹਾਂ ਤੇ ਪੁੱਤਾਂ ਦੇ ਬਹਿਕਾਵੇ ਵਿੱਚ ਆ ਕੇ ਤੇਰੇ ਨਾਲ ਚੰਗਾ ਨਹੀਂ ਕੀਤਾ ਸੀ, ਮੈਨੂੰ ਮਾਫ਼ ਕਰ ਦੇ ਮਹੇਸ਼। ਤੇ ਦੂਜੀ ਗਲਤੀ ਮੈਂ ਪਿੰਡ ਦੇ ਘਰ ਤੇ ਜ਼ਮੀਨ ਨੂੰ ਵੇਚ ਕੇ ਕਰ ਲਈ। ਸੋਚਿਆ ਸੀ ਮੈਂ ਸ਼ਹਿਰ 'ਚ ਰਹਾਂਗਾ, ਪਿੰਡ ਆਉਣ ਦੀ ਜ਼ਰੂਰਤ ਨਹੀਂ, ਪਰ ਸ਼ਹਿਰ ਜਾ ਕੇ ਮੇਰੇ ਨਾਲ ਇਸ ਕੁਝ ਹੋਵੇਗਾ ਇਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਣੇ ਬੇਟੇ ਤੇ ਨੂੰਹਾਂ ਤੇ ਵਿਸ਼ਵਾਸ ਕਰਕੇ ਸ਼ਹਿਰ ਉਹਨਾਂ ਦੇ ਕੋਲ ਚਲਾ ਗਿਆ। ਮੇਰੇ ਦੋਨੋਂ ਹੀ ਬੇਟੇ ਤੇ ਨੂੰਹਾਂ ਇੱਕ ਹੀ ਸ਼ਹਿਰ 'ਚ ਰਹਿੰਦੇ ਆ। ਮੈਂ ਸੋਚਿਆ ਸੀ ਜਦੋਂ ਮੇਰਾ ਮਨ ਕਰੂਗਾ ਮੈਂ ਵੱਡੇ ਬੇਟੇ ਕੋਲ ਰਹਾਂਗਾ, ਜਦੋਂ ਮੇਰਾ ਮਨ ਕਰੂਗਾ ਮੈਂ ਛੋਟੇ ਬੇਟੇ ਕੋਲ ਚਲਿਆ ਜਾਇਆ ਕਰਾਂਗਾ। ਇਹ ਕਹਿੰਦੇ ਕਹਿੰਦੇ ਰਤਨ ਲਾਲ ਜੀ ਚੁੱਪ ਹੋ ਗਏ। ਮਹੇਸ਼ ਜੀ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਬੋਲੇ, ਅੱਗੇ ਕੀ ਹੋਇਆ? ਰਤਨ ਲਾਲ ਜੀ ਬੋਲੇ, ਮਹੇਸ਼ ਪਿੰਡ ਦੀ ਜ਼ਮੀਨ ਅਤੇ ਘਰ ਵੇਚ ਕੇ ਜੋ ਵੀ ਪੈਸੇ ਮਿਲੇ ਸੀ, ਸ਼ਹਿਰ ਜਾ ਕੇ ਉਹ ਪੈਸੇ ਮੇਰੇ ਨੂੰਹਾਂ ਤੇ ਪੁੱਤਾਂ ਨੇ ਅੱਧੇ ਅੱਧੇ ਵੰਡ ਲਏ। ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਕੁਝ ਪੈਸੇ ਚਾਹੀਦੇ ਆ, ਅਸੀਂ ਤੁਹਾਨੂੰ ਇਹ ਪੈਸੇ ਨਹੀਂ ਦੇਵਾਂਗੇ, ਤਾਂ ਉਹ ਸਾਨੂੰ ਦੋਨੋਂ ਗੁੱਸੇ 'ਚ ਬੋਲਣ ਲੱਗ ਗਏ। ਕਹਿਣ ਲੱਗੇ ਕਿ ਹੁਣ ਤੁਸੀਂ ਸਾਡੇ ਕੋਲ ਹੀ ਰਹਿਣਾ, ਖਾਣ ਪੀਣ ਦਾ ਖਰਚਾ ਅਸੀਂ ਕਰਨਾ ਹੀ ਦੇਵਾਂਗੇ ਤੇ ਪੈਸੇ ਅਸੀਂ ਦੋਨੋਂ ਭਰਾ ਆਪਸ ਵਿੱਚ ਵੰਡ ਲੈਂਦੇ ਆ। ਤੁਸੀਂ ਇਹਨਾਂ ਪੈਸਿਆਂ ਤੋਂ ਕੀ ਲੈਣਾ? ਚੁੱਪਚਾਪ ਸਾਡੇ ਘਰ 'ਚ ਰਹੋ, ਖਾਣਾ ਖਾਓ। ਮੈਨੂੰ ਆਪਣੇ ਬੇਟਿਆਂ ਦੀ ਇਹ ਗੱਲ ਪਸੰਦ ਨਹੀਂ ਆ ਰਹੀ ਸੀ। ਉਹਨਾਂ ਨੇ ਮੇਰੇ ਤੋਂ ਪੈਸੇ ਖੋਹ ਲਏ। ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਮਾਂ ਦੀ ਤਬੀਅਤ ਠੀਕ ਨਹੀਂ, ਉਸ ਨੂੰ ਦਿਖਾਉਣ ਦੇ ਲਈ ਮੈਨੂੰ ਕੁਝ ਪੈਸੇ ਚਾਹੀਦੇ ਆ, ਪਰ ਮੈਨੂੰ ਉਹਨਾਂ ਨੇ ਪੈਸੇ ਨਾ ਦਿੱਤੇ ਤੇ ਘਰ 'ਚ ਰੱਖੀ ਹੋਈ ਗੋਲੀ ਖਾਣ ਦੇ ਲਈ ਦੇ ਦਿੱਤੀ ਤੇ ਕਿਹਾ ਕਿ ਅਜੇ ਇੰਨੀ ਵੀ ਬਿਮਾਰ ਨਹੀਂ ਕਿ ਉਹਨਾਂ ਨੂੰ ਹਸਪੀਟਲ ਦੀ ਜ਼ਰੂਰਤ ਆ ਲਓ ਬੁਖਾਰ ਦੀ ਦਵਾਈ ਦੇ ਦਿਓ ਤੇ ਠੀਕ ਹੋ ਜਾਵੇਗੀ। ਪਿੰਡ ਸਾਡੇ ਕੋਲ ਬਹੁਤ ਪੈਸੇ ਰਹਿੰਦੇ ਸੀ, ਕੋਈ ਕਮੀ ਨਹੀਂ ਹੁੰਦੀ ਸੀ, ਪਰ ਬੇਟੇ ਤੇ ਨੂੰਹਾਂ ਦੇ ਕੋਲ ਜਦੋਂ ਅਸੀਂ ਗਏ ਤਾਂ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਸੀ। ਇੱਕ ਪੈਸੇ ਦੇ ਲਈ ਅਸੀਂ ਤਰਸ ਗਏ। ਜਦੋਂ ਤੱਕ ਪੈਸੇ ਸਾਡੇ ਕੋਲ ਰਹੇ ਉਦੋਂ ਤੱਕ ਤਾਂ ਨੂੰਹਾਂ ਪੁੱਤ ਸਾਡੇ ਨਾਲ ਠੀਕ ਰਹੇ, ਪਰ ਜਿਵੇਂ ਹੀ ਪੈਸੇ ਉਹਨਾਂ ਕੋਲ ਆ ਗਏ ਤਾਂ ਇੱਕਦਮ ਬਦਲ ਗਏ। ਅਸੀਂ ਕਦੇ ਵੱਡੇ ਬੇਟੇ ਕੋਲ ਰਹਿੰਦੇ ਤੇ ਕਦੇ ਛੋਟੇ ਬੇਟੇ ਕੋਲ। ਨੂੰਹਾਂ ਆਪਣੀ ਸ਼ਾਪਿੰਗ ਪਾਰਟੀ ਤੇ ਘੁੰਮਣ ਫਿਰਨ ਦੇ ਲਈ ਚਲੀਆਂ ਜਾਂਦੀਆਂ, ਬੇਟੇ ਆਪਣੀ ਨੌਕਰੀ ਤੇ। ਸਾਨੂੰ ਦੋਨਾਂ ਪਤੀ ਪਤਨੀ ਨੂੰ ਅਲੱਗ ਕਰ ਦਿੱਤਾ। ਮਾਂ ਨੂੰ ਵੱਡਾ ਬੇਟਾ ਰੱਖਦਾ ਸੀ ਤੇ ਮੈਨੂੰ ਛੋਟਾ। ਪਹਿਲਾਂ ਤਾਂ ਅਸੀਂ ਦੋਨੋਂ ਪਤੀ ਪਤਨੀ ਇਕੱਠੇ ਰਹਿੰਦੇ ਸੀ। ਅਸੀਂ ਆਪਣੇ ਦੁੱਖ ਸੁੱਖ ਦੀ ਗੱਲ ਇੱਕ ਦੂਜੇ ਨਾਲ ਕਰ ਲੈਂਦੇ ਸੀ, ਪਰ ਅਲੱਗ ਰਹਿਣ ਦੀ ਵਜ੍ਹਾ ਕਰਕੇ ਸਰਲਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ, ਕਿਉਂਕਿ ਨਾ ਤਾਂ ਉੱਥੇ ਉਸ ਦਾ ਕੋਈ ਖਿਆਲ ਰੱਖਣ ਵਾਲਾ ਸੀ ਤੇ ਨਾ ਹੀ ਕੋਈ ਗੱਲਬਾਤ ਕਰਨ ਵਾਲਾ। ਮਨ ਦੀ ਗੱਲ ਮਨ ਵਿੱਚ ਹੀ ਰਹਿੰਦੀ ਸੀ। ਦਿਨੋਂ ਦਿਨ ਉਹ ਬਹੁਤ ਕਮਜ਼ੋਰ ਹੁੰਦੀ ਗਈ। ਇੱਕ ਦਿਨ ਵੱਡੇ ਬੇਟੇ ਦੇ ਘਰ ਉਹਨਾਂ ਦੇ ਬੇਟੇ ਦਾ ਜਨਮ ਦਿਨ ਸੀ। ਮੈਂ ਛੋਟੇ ਬੇਟੇ ਦੇ ਨਾਲ ਉਸ ਦੇ ਘਰ ਗਿਆ। ਸਰਲਾ ਦੀ ਹਾਲਤ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ, ਕਿਉਂਕਿ ਉਹ ਸੁੱਕ ਕੇ ਤੀਲਾ ਹੋ ਗਈ ਸੀ। ਮੈਂ ਕਿਹਾ ਸਰਲਾ ਤੇਰੀ ਕੀ ਹਾਲਤ ਹੋ ਗਈ ਆ? ਕੁਝ ਖਾਂਦੀ ਪੀਂਦੀ ਨਹੀਂ? ਨੋ ਤੈਨੂੰ ਕੁਝ ਖਾਣ ਪੀਣ ਨੂੰ ਨਹੀਂ ਦਿੰਦੀ? ਮੇਰੇ ਪੁੱਛਣ ਤੇ ਸਰਲਾ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਸਮਝ ਗਿਆ ਕਿ ਜੋ ਹਾਲ ਮੇਰਾ ਛੋਟੇ ਬੇਟੇ ਅਤੇ ਨੂੰਹ ਦੇ ਕੋਲ ਆ, ਉਹੀ ਹਾਲ ਸਰਲਾ ਦਾ ਉਸ ਨੂੰ ਵੀ ਢੰਗ ਦਾ ਖਾਣ ਪੀਣ ਨੂੰ ਨਹੀਂ ਮਿਲਦਾ ਹੋਵੇਗਾ। ਪਾਰਟੀ ਤੇ ਬੇਟੇ ਦੇ ਘਰ ਬਹੁਤ ਸਾਰੇ ਲੋਕ ਆਏ ਸੀ। ਉਹਨਾਂ ਦੇ ਆਂਢ ਗੁਆਂਢ ਦੇ, ਨੂੰਹ ਦੇ ਪੇਕੇ ਤੇ ਨਾਲ ਹੀ ਬੇਟੇ ਦੇ ਆਫਿਸ ਦੇ ਕਾਫੀ ਲੋਕ, ਪਰ ਆਪਣੇ ਮਾਤਾ ਪਿਤਾ ਨੂੰ ਇੱਕ ਵੀ ਬੇਟੇ ਤੇ ਨੂੰਹ ਨੇ ਨਹੀਂ ਪੁੱਛਿਆ। ਸਭ ਦੇ ਪਿੱਛੇ ਵਾਲੀ ਕੁਰਸੀ ਤੇ ਅਸੀਂ ਦੋਨੋਂ ਪਤੀ ਪਤਨੀ ਬੈਠੇ ਸੀ ਤੇ ਸਾਰੀਆਂ ਨਜ਼ਾਰਾ ਦੇਖ ਰਹੇ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਜਿਨ੍ਹਾਂ ਬੇਟਿਆਂ ਤੇ ਮੈਂ ਇੰਨਾ ਮਾਣ ਕਰਦਾ ਸੀ,
ਕਿ ਮੇਰੇ ਪੁੱਤ ਨੌਕਰੀ ਵਾਲੇ ਆ, ਅਸੀਂ ਬੁਢਾਪੇ 'ਚ ਬਹੁਤ ਵਧੀਆ ਰਵਾਂਗੇ, ਸਾਨੂੰ ਕੋਈ ਕਮੀ ਨਹੀਂ ਹੋਵੇਗੀ, ਸ਼ਹਿਰ 'ਚ ਜਾ ਕੇ ਸਾਡਾ ਬੁਢਾਪਾ ਵਧੀਆ ਲੰਘੇਗਾ। ਤੇ ਅੱਜ ਉਹਨਾਂ ਨੇ ਸਾਡੀ ਕੀ ਹਾਲਤ ਕਰ ਦਿੱਤੀ। ਬਗਾਨਿਆਂ ਦੀ ਤਰ੍ਹਾਂ ਸਭ ਤੋਂ ਪਿੱਛੇ ਬੈਠੇ ਸੀ, ਕੋਈ ਸਾਨੂੰ ਪੁੱਛਣ ਵਾਲਾ ਨਹੀਂ ਸੀ। ਨੂੰਹ ਦੇ ਪੇਕੇ ਅੱਗੇ ਜਾ ਕੇ ਫੋਟੋ ਕਰਵਾ ਰਹੇ ਸੀ, ਖਾ ਪੀ ਰਹੇ ਸੀ, ਪਰ ਸਾਨੂੰ ਤਾਂ ਕਿਸੇ ਨੇ ਖਾਣ ਦੇ ਲਈ ਪੁੱਛਿਆ ਤੱਕ ਨਹੀਂ। ਇਹ ਸਭ ਦੇਖ ਕੇ ਸਰਲਾ ਲਗਾਤਾਰ ਰੋਈ ਜਾ ਰਹੀ ਸੀ। ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ, ਪਰ ਜਦੋਂ ਨੂੰਹ ਨੇ ਦੇਖਿਆ ਤਾਂ ਗੁੱਸੇ 'ਚ ਬੋਲੀ, ਕਿਉਂ ਬੈਠੀ ਬੈਠੀ ਹੰਝੂ ਬਹਾ ਰਹੀ ਆ? ਮੇਰੇ ਘਰ ਵਿੱਚ ਸ਼ੁਭ ਕੰਮ ਹੋ ਰਿਹਾ, ਮੇਰੇ ਬੇਟੇ ਦਾ ਜਨਮ ਦਿਨ ਆ, ਤੂੰ ਹੰਝੂ ਬਹਾ ਕੇ ਮਨਹੂਸੀਅਤ ਫੈਲਾ ਰਹੀ ਆ। ਜੇ ਇੱਥੇ ਨਹੀਂ ਬੈਠਣਾ ਤਾਂ ਜਾ ਕੇ ਕਮਰੇ 'ਚ ਬੈਠ ਜਾ, ਫਿਰ ਜੋ ਕਰਨਾ ਉੱਥੇ ਕਰਦੀ ਰਹੀ, ਪਰ ਇੱਥੇ ਸਭ ਦੇ ਸਾਹਮਣੇ ਤਮਾਸ਼ਾ ਕਰਨ ਦੀ ਕੋਈ ਜ਼ਰੂਰਤ ਨਹੀਂ। ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਮੈਂ ਸਰਲਾ ਦੀ ਇਹ ਹਾਲਤ ਨਹੀਂ ਦੇਖ ਸਕਦਾ ਸੀ। ਬਸ ਮੈਂ ਉਡੀਕ ਰਿਹਾ ਸੀ ਕਿ ਨੂੰਹ ਤੇ ਪੁੱਤ ਦੇ ਘਰ 'ਚੋਂ ਰਿਸ਼ਤੇਦਾਰ ਚਲੇ ਜਾਣ। ਦੂਜੇ ਦਿਨ ਸੁਬਹ ਹੀ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਦੋਨੋਂ ਪਤੀ ਪਤਨੀ ਬੁਢਾਪੇ 'ਚ ਅਲੱਗ ਨਹੀਂ ਰਹਾਂਗੇ। ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਬਿਜ਼ੀ ਹੋ, ਸਾਡੇ ਨਾਲ ਗੱਲ ਕਰਨ ਦਾ ਤੁਹਾਡੇ ਕੋਲ 2 ਮਿੰਟ ਦਾ ਟਾਈਮ ਨਹੀਂ। ਜੇ ਤੁਸੀਂ ਸਾਨੂੰ ਰੱਖਣਾ ਹੈ ਤਾਂ ਇਕੱਠਿਆਂ ਨੂੰ ਰੱਖੋ, ਨਹੀਂ ਤਾਂ ਅਸੀਂ ਪਿੰਡ ਵਾਪਸ ਚਲੇ ਜਾਂਦੇ ਹਾਂ। ਫਿਰ ਨੂੰਹ ਤੇ ਪੁੱਤ ਬੋਲੇ, ਪਿੰਡ ਦੀ ਧੌਂਸਬਾਜ਼ੀ ਕਿਸ ਨੂੰ ਦਿਖਾ ਰਹੇ ਹੋ? ਪਿੰਡ ਤਾਂ ਤੁਸੀਂ ਸਭ ਕੁਝ ਵੇਚ ਕੇ ਆਏ ਹੋ, ਹੁਣ ਉੱਥੇ ਜਾ ਕੇ ਕੀ ਕਰੋਗੇ? ਕਿਸ ਦੇ ਕੋਲ ਰਹੋਗੇ? ਲੋਕ ਤੁਹਾਡੀਆਂ ਹੀ ਗੱਲਾਂ ਕਰਨਗੇ, ਤੁਹਾਡੇ 'ਤੇ ਹੀ ਥੂ-ਥੂ ਕਰਨਗੇ ਕਿ ਤੁਸੀਂ ਨੂੰਹ ਪੁੱਤ ਦੇ ਨਾਲ ਰਹਿਣ ਦੇ ਲਈ ਪਿੰਡ ਵਿੱਚੋਂ ਸਭ ਕੁਝ ਵੇਚ ਕੇ ਗਏ ਸੀ ਅਤੇ ਹੁਣ ਤੁਸੀਂ ਵਾਪਸ ਆ ਗਏ। ਚੁੱਪ-ਚਾਪ ਜਿਵੇਂ ਅਸੀਂ ਤੁਹਾਨੂੰ ਰੱਖ ਰਹੇ ਹਾਂ ਉਵੇਂ ਰਹਿ ਲਓ। ਮੈਂ ਕਿਹਾ, ਪਿੰਡ ਦਾ ਘਰ ਵੇਚਿਆ ਹੈ ਤਾਂ ਪਿੰਡ ਵਿੱਚ ਮੇਰਾ ਛੋਟਾ ਭਰਾ ਵੀ ਆ, ਮੈਂ ਉਸ ਦੇ ਕੋਲ ਚਲਾ ਜਾਵਾਂਗਾ। ਛੋਟਾ ਬੇਟਾ ਬੋਲਿਆ, ਉਹ ਵੀ ਆਪਣੇ ਬੇਟੇ ਦੇ ਕੋਲ ਸ਼ਹਿਰ ਚਲੇ ਗਏ ਆ, ਪਿੰਡ ਵਿੱਚ ਕੋਈ ਨਹੀਂ। ਤੁਸੀਂ ਕਿਹਦੇ ਕੋਲ ਜਾਓਗੇ? ਇਹ ਸੁਣ ਕੇ ਪਿੰਡ ਆਉਣ ਦੀ ਸਾਰੀ ਉਮੀਦ ਟੁੱਟ ਗਈ। ਪਰ ਮੈਂ ਸੋਚ ਲਿਆ ਕਿ ਕੁਝ ਵੀ ਹੋ ਜਾਵੇ, ਮੈਂ ਸਰਲਾ ਨੂੰ ਅਜਿਹੀ ਮੁਸੀਬਤ ਵਿੱਚ ਇਕੱਲੀ ਨੂੰ ਨਹੀਂ ਛੱਡ ਸਕਦਾ। ਛੋਟੇ ਬੇਟੇ ਨੇ ਮੈਨੂੰ ਆਪਣੇ ਘਰ ਜਾਣ ਦੇ ਲਈ ਕਿਹਾ, ਮੈਂ ਮਨਾ ਕਰ ਦਿੱਤਾ ਕਿ ਮੈਂ ਸਰਲਾ ਦੇ ਕੋਲ ਹੀ ਰਹੂੰਗਾ। ਉਸ ਦੀ ਤਬੀਅਤ ਠੀਕ ਨਹੀਂ ਆ, ਦੇਖਭਾਲ ਦੀ ਜ਼ਰੂਰਤ ਆ। ਇਸ ਗੱਲ ਨੂੰ ਲੈ ਕੇ ਨੂੰਹ ਤੇ ਪੁੱਤ ਮੇਰੇ ਨਾਲ ਲੜਨ ਲੱਗ ਗਏ ਕਿ ਜੇ ਤੂੰ ਸਾਡੇ ਨਾਲ ਰਹਿਣਾ ਤਾਂ ਸਾਡੇ ਹਿਸਾਬ ਨਾਲ ਰਹਿਣਾ ਪਵੇਗਾ, ਨਹੀਂ ਤਾਂ ਸਾਡੇ ਘਰ 'ਚੋਂ ਚਲੇ ਜਾਓ, ਅਸੀਂ ਤੁਹਾਨੂੰ ਨਹੀਂ ਰੱਖਾਂਗੇ। ਆਖਰਕਾਰ ਉਹਨਾਂ ਨੇ ਸਾਨੂੰ ਦੋਹਾਂ ਪਤੀ ਪਤਨੀ ਨੂੰ ਘਰ 'ਚੋਂ ਕੱਢ ਦਿੱਤਾ। ਜਿਵੇਂ ਕਿਵੇਂ ਕਰਕੇ ਅਸੀਂ ਇਸ ਸ਼ਹਿਰ ਵਿੱਚ ਆ ਗਏ, ਪਰ ਪਿੰਡ ਜਾਣ ਦੀ ਹਿੰਮਤ ਨਹੀਂ ਹੋ ਰਹੀ ਸੀ। ਕਿਹੜੇ ਮੂੰਹ ਨਾਲ ਜਾਂਦਾ, ਕਿੱਥੇ ਰਹਿੰਦਾ, ਕੀ ਖਾਂਦਾ? ਇਸ ਲਈ ਹਸਪੀਟਲ ਦੇ ਸਾਹਮਣੇ ਸੜਕ 'ਤੇ ਝੌਂਪੜੀ ਬਣਾ ਕੇ ਰਹਿਣ ਲੱਗ ਗਏ। ਕਦੇ-ਕਦੇ ਕੋਈ ਤਰਸ ਖਾ ਕੇ ਸਾਨੂੰ ਖਾਣ ਪੀਣ ਲਈ ਕੁਝ ਦੇ ਜਾਂਦਾ, ਅਸੀਂ ਉਸ ਨਾਲ ਆਪਣਾ ਪੇਟ ਭਰ ਲੈਂਦੇ। ਇਹ ਕਹਿ ਕੇ ਰਤਨ ਲਾਲ ਜੀ ਉੱਚੀ-ਉੱਚੀ ਰੋਣ ਲੱਗੇ। ਮਹੇਸ਼ ਜੀ ਨੂੰ ਉਹਨਾਂ ਦੇ ਨੂੰਹਾਂ ਪੁੱਤਾਂ ਬਾਰੇ ਸੁਣ ਕੇ ਬਹੁਤ ਹੀ ਗੁੱਸਾ ਆਉਂਦਾ ਕਿ ਮੈਂ ਉਹਨਾਂ ਨੂੰ ਹੁਣੇ ਪਿੰਡ ਬੁਲਾ ਕੇ ਠੀਕ ਕਰਦਾ। ਉਹਨਾਂ ਨੇ ਮੇਰੇ ਵੱਡੇ ਭਰਾ ਤੇ ਭਾਬੀ ਨਾਲ ਬੁਰਾ ਸਲੂਕ ਕਿਵੇਂ ਕੀਤਾ। ਅੱਜ ਉਹਨਾਂ ਦੀ ਵਜ੍ਹਾ ਕਰਕੇ ਮੇਰੀ ਭਾਬੀ ਦੁਨੀਆ ਤੋਂ ਚਲੀ ਗਈ। ਰਤਨ ਲਾਲ ਜੀ ਬੋਲੇ, ਰਹਿਣ ਦੇ ਮਹੇਸ਼, ਮੈਂ ਉਹਨਾਂ ਦੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦਾ, ਜਿਸ ਦੀ ਵਜ੍ਹਾ ਕਰਕੇ ਮੈਂ ਉਹਨਾਂ ਦਾ ਘਰ ਛੱਡ ਕੇ ਆਇਆ ਸੀ। ਹੁਣ ਉਹੀ ਮੈਨੂੰ ਛੱਡ ਕੇ ਚਲੀ ਗਈ। ਮੈਂ ਇਕੱਲਾ ਕਿਤੇ ਵੀ ਰਹਿ ਲਵਾਂਗਾ, ਕੁਝ ਵੀ ਖਾ ਲਵਾਂਗਾ। ਹੁਣ ਤਾਂ ਜਿਉਣ ਦੇ ਲਈ ਕੋਈ ਤਮੰਨਾ ਹੀ ਨਹੀਂ ਰਹੀ। ਸੁਨੀਤਾ ਜੀ ਦੀਆਂ ਵੀ ਅੱਖਾਂ 'ਚ ਹੰਝੂ ਆ ਜਾਂਦੇ ਆ। ਉਹ ਬੜੀ ਫਿਕਰਮੰਦ ਹੋ ਜਾਂਦੀ ਆ ਕਿ ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਇਹ ਡਰ ਬੈਠ ਜਾਂਦਾ ਕਿ ਬੁਢਾਪੇ 'ਚ ਉਹਨਾਂ ਦਾ ਨੂੰਹ ਪੁੱਤ ਵੀ ਅਜਿਹਾ ਹੀ ਨਿਕਲੇ, ਫਿਰ ਕੀ ਹੋਵੇਗਾ। ਅਜਿਹੀ ਕਲਪਨਾ ਨਾਲ ਉਸ ਦਾ ਰੋਮ-ਰੋਮ ਕੰਬ ਉੱਠਦਾ। ਉੱਥੋਂ ਉੱਠ ਕੇ ਰਸੋਈ 'ਚ ਚਾਹ ਬਣਾਉਣ ਦੇ ਲਈ ਚਲੀ ਜਾਂਦੀ ਆ। ਉੱਧਰ ਮਹੇਸ਼ ਜੀ ਆਪਣੇ ਭਰਾ ਨੂੰ ਕਹਿੰਦੇ ਆ ਕਿ ਭਾਈ ਸਾਹਿਬ, ਤੁਸੀਂ ਹੁਣ ਸਾਡੇ ਨਾਲ ਪਿੰਡ ਵਿੱਚ ਹੀ ਰਹੋਗੇ, ਜਿੰਨਾ ਸਾਡੇ ਤੋਂ ਹੋਵੇਗਾ ਅਸੀਂ ਤੁਹਾਡੇ ਲਈ ਕਰਾਂਗੇ। ਇੱਕ ਦਿਨ ਸੁਨੀਤਾ ਜੀ ਆਪਣੇ ਪਤੀ ਨੂੰ ਕਹਿੰਦੇ ਆ ਕਿ ਚਲੋ, ਜਦੋਂ ਤੱਕ ਸਾਡੇ ਹੱਥ ਪੈਰ ਚੱਲਦੇ ਆ ਉਦੋਂ ਤੱਕ ਅਸੀਂ ਵੱਡੇ ਭਰਾ ਨੂੰ ਆਪਣੇ ਨਾਲ ਵਧੀਆ ਤਰੀਕੇ ਨਾਲ ਰੱਖਾਂਗੇ, ਪਰ ਜਦੋਂ ਸਾਡੇ ਹੱਥ ਪੈਰ ਨਹੀਂ ਚੱਲਣਗੇ ਸਾਨੂੰ ਵੀ ਨੂੰਹਾਂ ਪੁੱਤਾਂ ਦੀ ਜ਼ਰੂਰਤ ਹੋਵੇਗੀ ਕਿ ਉਹ ਸਾਡੀ ਸੇਵਾ ਕਰਨ ਦੇ ਲਈ ਨਾਲ-ਨਾਲ ਵੱਡੇ ਭਰਾ ਦੀ ਵੀ ਸੇਵਾ ਕਰਨਗੇ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਫਿਰ ਕਿਸੇ ਹੋਰ ਦੀ ਸੇਵਾ ਕਰਨ ਦੀ ਤਾਂ ਗੱਲ ਦੂਰ ਆ। ਮਹੇਸ਼ ਜੀ ਸੁਨੀਤਾ ਦੀ ਗੱਲ ਸੁਣ ਕੇ ਫਿਕਰਮੰਦ ਹੋ ਜਾਂਦਾ ਤੇ ਕਹਿੰਦਾ ਕਿ ਸੁਨੀਤਾ, ਤੂੰ ਠੀਕ ਕਹਿ ਰਹੀ ਆ, ਤੇਰੀ ਗੱਲ ਬਿਲਕੁਲ ਸਹੀ ਆ। ਜੇ ਬੁਢਾਪਾ ਅਜਿਹਾ ਹੁੰਦਾ ਤਾਂ ਬੜਾ ਤਕਲੀਫਦੇਹ ਹੁੰਦਾ। ਬੁਢਾਪੇ ਵਿੱਚ ਆਪਣੇ ਬੱਚੇ ਕੰਮ ਨਾ ਆਉਣ ਤਾਂ ਸਾਨੂੰ ਆਪਣੇ ਬੁਢਾਪੇ ਲਈ ਤਿਆਰੀ ਕਰਨੀ ਚਾਹੀਦੀ ਆ ਕਿ ਸਾਨੂੰ ਕਿਵੇਂ ਰਹਿਣਾ ਚਾਹੀਦਾ, ਆਪਣੇ ਲਈ ਕੀ ਇਕੱਠਾ ਕਰਨਾ ਕਿ ਰੱਖਣਾ ਚਾਹੀਦਾ, ਇਹ ਵੀ ਸੋਚਣਾ ਜ਼ਰੂਰੀ ਆ। ਦੋਨੋਂ ਦੀਆਂ ਗੱਲਾਂ ਰਤਨ ਲਾਲ ਜੀ ਸੁਣ ਲੈਂਦੇ ਆ ਤੇ ਕਹਿੰਦੇ ਆ, ਮੈਂ ਆਪਣੇ ਤਜਰਬੇ ਨਾਲ ਕਹਿਣਾ ਕਿ ਆਪਣੇ ਜਿਉਂਦੇ ਜੀ ਆਪਣੀ ਪ੍ਰਾਪਰਟੀ ਬੱਚਿਆਂ ਦੇ ਨਾਮ ਕਦੇ ਨਾ ਕਰੋ, ਆਪਣੇ ਕੋਲ ਰੱਖੋ ਤਾਂ ਜੋ ਬੁਢਾਪੇ 'ਚ ਉਹ ਤੁਹਾਡੇ ਕੰਮ ਆ ਸਕੇ। ਤੁਹਾਨੂੰ ਛੋਟੀ-ਛੋਟੀ ਜ਼ਰੂਰਤ ਦੇ ਲਈ ਨੂੰਹਾਂ ਪੁੱਤਾਂ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ,
ਕਿਉਂਕਿ ਨੂੰਹ ਪੁੱਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਆ। ਉਹ ਸਿਰਫ ਰੋਟੀ ਦੇਣਾ ਹੀ ਆਪਣਾ ਫਰਜ਼ ਸਮਝਦੇ ਆ ਤੇ ਉਸ ਰੋਟੀ ਲਈ ਉਹ ਤੁਹਾਡੇ ਤੇ ਅਹਿਸਾਨ ਕਰਦੇ ਆ। ਮਹੇਸ਼ ਜੀ ਬੋਲੇ, ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਦੂਜੇ ਦਿਨ ਸੁਬਾਹ ਮਹੇਸ਼ ਜੀ ਸੁਨੀਤਾ ਜੀ ਨੂੰ ਕਹਿੰਦੇ ਆ ਕਿ ਇੱਕ ਕੰਮ ਕਰ, ਮੇਰੇ ਨਾਲ ਸ਼ਹਿਰ ਚੱਲ। ਸੁਨੀਤਾ ਜੀ ਬੋਲੀ, ਸ਼ਹਿਰ ਕਿਉਂ ਜਾਣਾ? ਮੈਂ ਇਸ ਕਹਿਣ ਲੱਗੇ ਕਿ ਸੁਨੀਤਾ ਮੈਂ ਤੇਰੇ ਲਈ ਕੁਝ ਸੋਚਿਆ, ਇਸ ਲਈ ਤੂੰ ਮੇਰੇ ਨਾਲ ਸ਼ਹਿਰ ਚੱਲ। ਸੁਨੀਤਾ ਜੀ ਬੋਲੀ, ਕੀ ਸੋਚਿਆ ਮੈਨੂੰ ਦੱਸੋ ਤਾਂ ਸਹੀ। ਮਹੇਸ਼ ਜੀ ਬੋਲੇ, ਸਾਡੇ ਘਰ ਦੀ ਜਿੰਨੀ ਵੀ ਜ਼ਮੀਨ ਆ ਉਹ ਸਭ ਕੁਝ ਮੇਰੇ ਹੀ ਨਾਮ ਆ। ਅਜੇ ਤੱਕ ਮੈਂ ਤੇਰੇ ਨਾਮ ਕੁਝ ਵੀ ਨਹੀਂ ਕੀਤਾ ਜਿਸ ਨਾਲ ਤੇਰਾ ਬੁਢਾਪਾ ਮਜ਼ਬੂਤ ਹੋ ਸਕੇ। ਅੱਜ ਤੂੰ ਮੇਰੇ ਨਾਲ ਚੱਲ, ਮੈਂ ਆਪਣੇ ਹਿੱਸੇ ਦੀ ਅੱਧੀ ਪ੍ਰਾਪਰਟੀ ਤੇਰੇ ਨਾਮ ਕਰ ਦੇਵਾਂਗਾ। ਮੈਂ ਨਾ ਰਿਹਾ ਤਾਂ ਘੱਟੋ ਘੱਟ ਜ਼ਮੀਨ ਤਾਂ ਬੁਢਾਪੇ 'ਚ ਤੇਰੇ ਕੰਮ ਆਵੇਗੀ। ਤੈਨੂੰ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣਾ ਪਵੇਗਾ। ਤੂੰ ਵੱਡੇ ਭਰਾ ਦਾ ਹਾਲ ਦੇਖਿਆ ਨਾ। ਸੁਨੀਤਾ ਜੀ ਵੀ ਡਰ ਗਈ, ਇਸ ਲਈ ਆਪਣੇ ਪਤੀ ਦੇ ਫੈਸਲੇ ਦਾ ਆਦਰ ਕਰਦੇ ਹੋਏ ਸ਼ਹਿਰ ਚਲੀ ਜਾਂਦੀ ਆ। ਫਿਰ ਘਰੇ ਆ ਕੇ ਰਸੋਈ 'ਚ ਚਾਹ ਬਣਾਉਣ ਲੱਗਦੀ ਆ। ਪਿੱਛੋਂ ਉਹਨਾਂ ਦੇ ਬੇਟੇ ਦੀ ਆਵਾਜ਼ ਆਉਂਦੀ ਆ ਕਿ ਮਾਂ ਮੈਂ ਆ ਗਿਆ। ਸੁਨੀਤਾ ਜੀ ਪਿੱਛੇ ਪਲਟ ਕੇ ਦੇਖਦੀ ਆ ਤਾਂ ਵਿਹੜੇ 'ਚ ਉਹਨਾਂ ਦੇ ਨੂੰਹ ਤੇ ਪੁੱਤ ਖੜੇ ਆ। ਬੇਟਾ ਭੱਜ ਕੇ ਆਪਣੀ ਮਾਂ ਦੇ ਗਲ ਲੱਗ ਜਾਂਦਾ ਤੇ ਕਹਿੰਦਾ, ਮਾਂ ਮੈਨੂੰ ਮਾफ़ ਕਰ ਦੇ, ਜ਼ਰੂਰੀ ਕੰਮ ਸੀ, ਦੇਸ਼ ਤੋਂ ਬਾਹਰ ਜਾਣਾ ਪਿਆ, ਹੁਣ ਵਾਪਸ ਆ ਗਿਆ। ਹੁਣ ਮੈਂ ਤੁਹਾਡਾ ਇਲਾਜ ਵਧੀਆ ਕਰਵਾਵਾਂਗਾ। ਤੇ ਤਾਇਆ ਜੀ ਕਿੱਥੇ ਆ? ਮੈਨੂੰ ਤਾਇਆ ਜੀ ਦੇ ਬਾਰੇ ਪਤਾ ਲੱਗਿਆ। ਸੁਣ ਕੇ ਬਹੁਤ ਦੁੱਖ ਹੋਇਆ। ਉਹ ਭੱਜ ਕੇ ਤਾਇਆ ਜੀ ਦੇ ਕੋਲ ਜਾਂਦਾ। ਤਾਇਆ ਜੀ ਦੀ ਹਾਲਤ ਦੇਖ ਕੇ ਉਸ ਨੂੰ ਬਹੁਤ ਹੀ ਬੁਰਾ ਲੱਗਦਾ ਤੇ ਆਪਣੇ ਤਾਇਆ ਜੀ ਦੀ ਦਾੜੀ ਤੇ ਚਿਹਰੇ ਤੇ ਹੱਥ ਫੇਰ ਕੇ ਬੋਲਦਾ, ਤਾਇਆ ਜੀ ਤੁਹਾਨੂੰ ਕੀ ਹੋ ਗਿਆ ਸੀ? ਦਾੜੀ ਦੇਖੋ ਕਿੰਨੀ ਖਰਾਬ ਹੋ ਗਈ ਆ। ਅੱਜ ਮੈਂ ਤੁਹਾਡਾ ਹੁਲੀਆ ਵਧੀਆ ਬਣਾਵਾਂਗਾ। ਤੁਹਾਡੇ ਸਿਰ ਦੇ ਵਾਲ ਵੀ ਕਿੰਨੇ ਖਰਾਬ ਹੋ ਗਏ ਆ। ਸੁਬਾਹ ਉੱਠਦੇ ਹੀ ਗਣੇਸ਼ ਆਪਣੇ ਤਾਇਆ ਜੀ ਦਾ ਹੁਲੀਆ ਸਵਾਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਸਾਫ਼ ਕੱਪੜੇ ਪਵਾਉਂਦਾ ਤੇ ਫਿਰ ਕਹਿੰਦਾ ਕਿ ਤੁਸੀਂ ਸਾਰੇ ਆਪਣਾ ਸਮਾਨ ਪੈਕ ਕਰ ਲਓ, ਆਪਾਂ ਸ਼ਹਿਰ ਜਾਣਾ। ਗਣੇਸ਼ ਦੀ ਗੱਲ ਸੁਣ ਕੇ ਮਹੇਸ਼ ਜੀ ਕਹਿੰਦੇ ਆ, ਬੇਟਾ ਕੱਲ੍ਹ ਮੈਂ ਸ਼ਹਿਰ ਗਿਆ ਸੀ। ਆਪਣੇ ਹਿੱਸੇ ਦੀ ਜੋ ਜ਼ਮੀਨ ਸੀ ਉਸ ਵਿੱਚੋਂ ਅੱਧੀ ਜ਼ਮੀਨ ਮੈਂ ਤੇਰੀ ਮਾਂ ਦੇ ਨਾਮ ਕਰ ਦਿੱਤੀ ਆ। ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਕੁਝ ਸਮੇਂ ਦੇ ਲਈ ਗਣੇਸ਼ ਸ਼ਾਂਤ ਹੋ ਜਾਂਦਾ, ਪਰ ਉਹਨਾਂ ਦੇ ਕੋਲ ਖੜੀ ਉਹਨਾਂ ਦੀ ਨੂੰਹ ਕਹਿੰਦੀ ਆ, ਫਿਰ ਕੀ ਹੋਇਆ ਪਿਤਾ ਜੀ, ਜੇ ਤੁਸੀਂ ਮਾਂ ਦੇ ਨਾਲ ਜ਼ਮੀਨ ਕਰ ਦਿੱਤੀ? ਜ਼ਮੀਨ ਤੁਹਾਡੇ ਨਾਮ ਰਹੇ ਜਾਂ ਮਾਂ ਦੇ, ਇਸ ਨਾਲ ਕੀ ਫਰਕ ਪੈਂਦਾ? ਫਿਰ ਅਸੀਂ ਤੁਹਾਡੇ ਨੂੰਹ ਪੁੱਤਾਂ, ਬਾਅਦ ਵਿੱਚ ਸਾਨੂੰ ਹੀ ਮਿਲਣੀ ਆ, ਹੋਰ ਕਿੱਥੇ ਜਾਣੀ ਆ? ਵੈਸੇ ਵੀ ਤੁਹਾਡਾ ਬੇਟਾ ਬਹੁਤ ਪੈਸੇ ਕਮਾਉਂਦਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਜ਼ਮੀਨ ਮਾਂ ਦੇ ਨਾਮ ਕਰ ਦਿੱਤੀ। ਆਪਣੀ ਨੂੰਹ ਦਾ ਜਵਾਬ ਸੁਣ ਕੇ ਮਹੇਸ਼ ਜੀ ਨੂੰ ਤਸੱਲੀ ਮਿਲਦੀ ਆ। ਗਣੇਸ਼ ਆਪਣੇ ਪਿਤਾ ਜੀ ਨੂੰ ਕਹਿੰਦਾ, ਪਿਤਾ ਜੀ ਮਾਂ ਦੇ ਪੇਟ 'ਚ ਟਿਊਮਰ ਆ। ਵੈਸੇ ਵੀ ਉਹਨਾਂ ਦਾ ਆਪਰੇਸ਼ਨ ਬਹੁਤ ਲੇਟ ਹੋ ਗਿਆ, ਹੁਣ ਜ਼ਿਆਦਾ ਦੇਰ ਕਰਨਾ ਸਹੀ ਨਹੀਂ ਹੋਵੇਗਾ। ਕੱਲ੍ਹ ਹੀ ਤੁਸੀਂ ਮੇਰੇ ਨਾਲ ਸ਼ਹਿਰ ਚੱਲੋ, ਮੈਂ ਮਾਂ ਦਾ ਆਪਰੇਸ਼ਨ ਕਰਨਾ। ਛੋਟਾ ਭਰਾ ਮਹੇਸ਼ ਨੂੰ ਦੇਖ ਕੇ ਮਹੇਸ਼ ਦੇ ਨੂੰਹ ਪੁੱਤ ਨੂੰ ਦੇਖ ਕੇ ਰਤਨ ਲਾਲ ਜੀ ਫੁੱਲੇ ਨਹੀਂ ਸਮਾ ਰਹੇ ਸੀ ਤੇ ਸੋਚ ਰਹੇ ਸੀ ਕਿ ਨੂੰਹ ਪੁੱਤ ਅਜਿਹੇ ਵੀ ਹੁੰਦੇ ਆ ਜੋ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਦੇ ਆ। ਪਰ ਦੁੱਖ ਇਸ ਗੱਲ ਦਾ ਕਿ ਹੁਣ ਉਹਨਾਂ ਦਾ ਛੋਟਾ ਭਰਾ ਵੀ ਉਹਨਾਂ ਦੇ ਕੋਲ ਚਲਾ ਜਾਵੇਗਾ ਤਾਂ ਉਹ ਇਕੱਲੇ ਕਿਵੇਂ ਰਹਿਣਗੇ। ਪਰ ਜਦੋਂ ਸਾਰੇ ਜਾਣ ਦੇ ਲਈ ਤਿਆਰ ਹੋਣ ਲੱਗਦੇ ਆ ਤਾਂ ਗਣੇਸ਼ ਕਹਿੰਦਾ, ਤਾਇਆ ਜੀ ਤੁਸੀਂ ਅਜੇ ਤੱਕ ਇਸ ਤਰ੍ਹਾਂ ਹੀ ਬੈਠੇ ਹੋ, ਤਿਆਰ ਨਹੀਂ ਹੋਏ, ਜਲਦੀ ਨਾਲ ਤਿਆਰ ਹੋ ਜਾਓ। ਨਿਮਰਤ ਮੇਰੇ ਬੈਗ 'ਚ ਸ਼ਰਟ ਲੈ ਕੇ ਆ, ਤਾਇਆ ਜੀ ਦੇ ਕੱਪੜਿਆਂ ਦੀ ਕੁਝ ਸਮਝ ਨਹੀਂ ਆ ਰਹੀ। ਸ਼ਹਿਰ ਜਾ ਕੇ ਆਪਾਂ ਤਾਇਆ ਜੀ ਲਈ ਨਵੇਂ ਕੱਪੜੇ ਖਰੀਦ ਦੇਵਾਂਗੇ। ਫਿਰ ਨਿਮਰਤ ਗਣੇਸ਼ ਦੀ ਇੱਕ ਸ਼ਰਟ ਲਿਆ ਕੇ ਤਾਇਆ ਜੀ ਨੂੰ ਦਿੰਦੀ ਆ ਤੇ ਬੋਲਦੀ ਆ, ਲਓ ਤਾਇਆ ਜੀ ਇਹ ਕੱਪੜੇ ਪਾ ਲਓ। ਆਪਣੇ ਬੇਟੇ ਤੇ ਨੂੰਹ ਦਾ ਵਿਵਹਾਰ ਦੇਖ ਕੇ ਸੁਨੀਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ। ਖੁਸ਼ੀ ਤਿੰਨੇ ਨੂੰਹ ਤੇ ਪੁੱਤ ਦੇ ਘਰ ਆ ਜਾਂਦੇ ਆ। ਦੇਖਦੇ ਆ ਸ਼ਹਿਰ 'ਚ ਬੇਟੇ ਨੇ ਇੱਕ ਬਹੁਤ ਵੱਡਾ ਘਰ ਖਰੀਦ ਲਿਆ ਜਿਸ ਵਿੱਚ 4-5 ਕਮਰੇ ਆ। ਗਣੇਸ਼ ਬੋਲਦਾ, ਦੇਖ ਮਾਂ ਇੰਨਾ ਵੱਡਾ ਘਰ ਲਿਆ, ਵੱਡੇ ਘਰ ਵਿੱਚ ਸਾਡਾ ਇਕੱਲਿਆਂ ਦਾ ਮਨ ਨਹੀਂ ਲੱਗਦਾ ਸੀ। ਅੱਜ ਤੁਸੀਂ ਆ ਗਏ ਤਾਂ ਘਰ ਲੱਗ ਰਿਹਾ, ਨਹੀਂ ਤਾਂ ਇਹ ਘਰ ਖਾਣ ਨੂੰ ਪੈਂਦਾ ਸੀ। ਹੁਣ ਦੇਖੋ ਘਰ 'ਚ ਕਿੰਨੀ ਰੌਣਕ ਆ। ਨਿਮਰਤ ਸਭ ਦੇ ਲਈ ਚਾਹ ਬਣਾ ਕੇ ਲਿਆਉਂਦੀ ਆ। ਰਤਨ ਲਾਲ ਜੀ ਦੇ ਹੱਥ 'ਚ ਚਾਹ ਦਾ ਕੱਪ ਛੁੱਟ ਕੇ ਡਿੱਗ ਜਾਂਦਾ, ਜਿਵੇਂ ਹੀ ਚਾਹ ਪੂਰੇ ਫਰਸ਼ 'ਤੇ ਫੈਲ ਜਾਂਦੀ ਆ। ਇਸ ਨੂੰ ਦੇਖ ਕੇ ਰਤਨ ਲਾਲ ਜੀ ਡਰ ਜਾਂਦੇ ਆ ਕਿ ਕਿਤੇ ਇਹ ਨਾ ਹੋਵੇ ਕਿ ਨੂੰਹ ਨੂੰ ਗੁੱਸਾ ਆ ਜਾਵੇ। ਫਿਰ ਉਹ ਆਪਣੇ ਮੋਢੇ ਉੱਤੇ ਰੱਖੇ ਪਰਨੇ ਦੇ ਨਾਲ ਹੀ ਫਰਸ਼ ਸਾਫ਼ ਕਰਨ ਲੱਗਦੇ ਆ। ਨਿਮਰਤ ਇਹ ਦੇਖ ਕੇ ਹੱਥ ਵਿੱਚੋਂ ਪਰਨਾ ਫੜ ਲੈਂਦੀ ਆ ਤੇ ਕਹਿੰਦੀ ਆ, ਤਾਇਆ ਜੀ ਤੁਸੀਂ ਕੀ ਕਰ ਰਹੇ ਹੋ? ਇਹ ਤੁਹਾਡਾ ਕੰਮ ਨਹੀਂ। ਚਾਹ ਡੁੱਲ ਗਈ ਤਾਂ ਫਿਰ ਕੀ ਹੋਇਆ? ਇਹ ਤਾਂ ਕਿਸੇ ਵਿੱਚੋਂ ਵੀ ਡੁੱਲ ਸਕਦੀ ਆ। ਮੈਂ ਤੁਹਾਡੇ ਲਈ ਹੋਰ ਚਾਹ ਲੈ ਕੇ ਆਉਣੀ ਆ, ਤੁਸੀਂ ਆਰਾਮ ਨਾਲ ਬੈਠ ਕੇ ਚਾਹ ਪੀਓ, ਮੈਂ ਆਪੇ ਫਰਸ਼ ਸਾਫ਼ ਕਰ ਲਵਾਂਗੀ। ਤੁਹਾਨੂੰ ਸਾਫ਼ ਕਰਨ ਦੀ ਕੋਈ ਜ਼ਰੂਰਤ ਨਹੀਂ। ਇਹ ਦੇਖ ਕੇ ਰਤਨ ਲਾਲ ਜੀ ਨੂੰਹ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਆ, ਸਾਰੇ ਨੂੰਹ ਪੁੱਤ ਇੱਕੋ ਜਿਹੇ ਨਹੀਂ ਹੁੰਦੇ। ਇਸ ਦੁਨੀਆ 'ਚ ਨੂੰਹ ਪੁੱਤ ਮਾਤਾ ਪਿਤਾ ਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਤੇ ਕੁਝ ਨੂੰ ਬੇਟੇ ਨੂੰਹ ਪੁੱਤ ਗਣੇਸ਼ ਅਤੇ ਨਿਮਰਤ ਵਰਗੇ ਵੀ ਹੁੰਦੇ ਆ ਜੋ ਆਪਣੇ ਮਾਤਾ ਪਿਤਾ ਦਾ ਬਹੁਤ ਖਿਆਲ ਰੱਖਦੇ ਆ।
ਉਹਨਾਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਦੇ ਆ, ਉਹਨਾਂ ਨੂੰ ਆਪਣੇ ਨਾਲ ਰੱਖਦੇ ਆ। ਮਹੇਸ਼ ਜੀ ਆਪਣੀ ਪਤਨੀ ਨੂੰ ਦੇਖ ਕੇ ਕਹਿੰਦੇ ਆ, ਸੁਨੀਤਾ ਅਸੀਂ ਦੋਵੇਂ ਫਾਲਤੂ 'ਚ ਹੀ ਆਪਣੇ ਨੂੰਹ ਪੁੱਤ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਸੀ, ਪਰ ਸਾਡੇ ਨੂੰਹ ਪੁੱਤ ਸੱਚਮੁੱਚ ਬਹੁਤ ਚੰਗੇ ਆ। ਸੁਨੀਤਾ ਦਾ ਆਪਰੇਸ਼ਨ ਬਹੁਤ ਵਧੀਆ ਹੋ ਜਾਂਦਾ, ਹੁਣ ਸਾਰੇ ਇੱਕ ਹੀ ਘਰ 'ਚ ਰਹਿੰਦੇ ਆ। ਰਤਨ ਲਾਲ ਜੀ ਆਪਣੀਆਂ ਯਾਦਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਦੋਸਤੋ, ਇਹ ਗੱਲ ਸੱਚ ਆ ਕਿ ਸਾਰੇ ਨੂੰਹ ਪੁੱਤ ਇੱਕੋ ਜਿਹੇ ਨਹੀਂ ਹੁੰਦੇ। ਇਹ ਦੁਨੀਆ ਚੰਗੇ ਲੋਕਾਂ ਨਾਲ ਹੀ ਚੱਲ ਰਹੀ ਆ। ਜੇ ਕੁਝ ਨੂੰਹ ਪੁੱਤ ਖਰਾਬ ਹੁੰਦੇ ਆ ਤਾਂ ਕੁਝ ਨੂੰਹ ਪੁੱਤ ਬਹੁਤ ਚੰਗੇ ਵੀ ਹੁੰਦੇ ਆ, ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਆ ਅਤੇ ਆਪਣੇ ਬੁੱਢੇ ਮਾਤਾ ਪਿਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਆ, ਉਹਨਾਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਦੇ ਆ, ਉਹਨਾਂ ਦੀ ਇੱਜ਼ਤ ਕਰਦੇ ਆ। ਹਰ ਕੋਈ ਚਾਹੁੰਦਾ ਕਿ ਉਹਨਾਂ ਦੇ ਨੂੰਹ ਨਿਮਰਤ ਵਰਗੀ ਹੋਵੇ ਅਤੇ ਬੇਟਾ ਗਣੇਸ਼ ਵਰਗਾ ਹੋਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਰੱਬ ਰਾਖਾ।